ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ 8ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਅਸੀਂ ਫਸਟ ਲੈਸਨ ਕਰ ਰਹੇ ਹਾਂ ਔਰ ਅੱਜ ਅਸੀਂ ਫਸਟ ਲੈਸਨ ਦਾ ਸੈਕਿੰਡ ਪਾਰਟ ਕਰਨ ਜਾ ਰਹੇ ਹਾਂ ਸਾਧਨ ਕਿਸਮਾਂ ਅਤੇ ਸਾਂਭ ਸਮਾਨ। ਇਸ ਵਿੱਚ ਅੱਜ ਸਾਡੇ ਕੋਲ ਜਿਹੜਾ ਪਹਿਲਾ ਪੁਆਇੰਟ ਹੈਗਾ ਪੁਆਇੰਟ ਨੰਬਰ 4। ਇਸ ਤੋਂ ਪਹਿਲਾਂ ਅਸੀਂ ਸਾਰੇ ਕਵਰ ਕਰ ਚੁੱਕੇ ਹਾਂ 3 ਔਰ ਚੌਥਾ ਹੈ ਮਿੱਟੀ ਅਤੇ ਭੂਮੀ ਸਾਧਨ। ਮਿੱਟੀ ਮਨੁੱਖ ਵਾਸਤੇ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਇਹ ਪੌਦਿਆਂ ਅਤੇ ਫਸਲਾਂ ਦੇ ਉੱਗਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਬਨਸਪਤੀ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ ਹੈ। ਯਾਨੀ ਕਿ ਮਿੱਟੀ ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਹੈ ਜੋ ਸਾਡੇ ਜੀਵਨ ਦੇ ਵਿੱਚ ਅਦਾ ਕਰਦੀ ਹੈ, ਜੋ ਮਿੱਟੀ ਸਾਧਨ ਹੈ। ਠੀਕ ਹੈ ਜੀ। ਮਿੱਟੀ ਬਣਦੀ ਕਿਸ ਤਰ੍ਹਾਂ ਹੈਗੀਆਂ? ਇਹ ਉੱਪਰਲੀ ਪਰਤ ਹੈ ਧਰਤੀ ਦੀ, ਜੋ ਮੂਲ ਚਟਾਨਾਂ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖਾਂ ਬੂਟਿਆਂ ਦੇ ਗਲਣ ਸੜਨ ਦੇ ਨਾਲ ਕੀ ਇਹਦਾ ਗਲਣ ਸੜਨ ਤੇ ਤੱਤਾਂ ਦੇ ਅਸਰ ਕਾਰਨ ਇਹਦਾ ਕੀ ਹੈ ਨਿਰਮਾਣ ਹੁੰਦਾ ਕਾਫੀ ਲੰਬਾ ਸਮਾਂ। ਠੀਕ ਹੈ ਜੀ। ਤਾਂ ਮਿੱਟੀ ਸਾਧਨ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ। ਔਰ ਮਿੱਟੀ ਸਾਧਨ ਤੁਸੀਂ ਜਾਣਦੇ ਹੋ ਕਿ ਅਸੀਂ ਇਹਨਾਂ ਦੇ ਪੌਦੇ ਉਗਾਉਂਦੇ ਹਾਂ, ਮਿੱਟੀ ਦੇ ਉੱਪਰ ਫਸਲਾਂ ਉਗਾਉਂਦੇ ਤਾਂ ਮਨੁੱਖ ਦਾ ਜੀਵਨ ਦਾ ਇਸ ਕਰਕੇ ਅਨਿੱਖੜਵਾਂ ਅੰਗ ਹੈ। ਬਨਸਪਤੀ ਹੁੰਦੀ ਹੈ, ਸਾਡਾ ਭੋਜਨ ਬਣਦਾ, ਸਾਡਾ ਖਾਣ ਪੀਣ ਦੇ ਪਦਾਰਥ ਸਾਰੇ ਅਸੀਂ ਇਸੇ ਤੋਂ ਹੀ ਖਾਂਦੇ। ਬਨਸਪਤੀ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ ਨਹੀਂ ਹੈ। ਅਸੀਂ ਵੀ ਜਾਣਦੇ ਹਾਂ ਕਿ ਜੇ ਬਨਸਪਤੀ ਹੋਵੇਗੀ ਤਾਂ ਉਸ ਦੇ ਨਾਲ ਹੀ ਸਾਡਾ ਜਿਹੜਾ ਜੀਵਨ ਹੈ ਸੰਭਵ ਹੋ ਸਕਦਾ। ਅੱਗੇ ਫਿਰ ਮਿੱਟੀ ਦੀਆਂ ਕਿਸਮਾਂ, ਇਸ ਨੂੰ ਅਸੀਂ ਇੱਕ ਮਾਈਂਡ ਮੈਪ ਚਾਰਟ ਇਸੇ ਤਰ੍ਹਾਂ ਬਣਾ ਕੇ ਇਸ ਨੂੰ ਅਸੀਂ ਸਮਝ ਸਕਦੇ ਹਾਂ। ਤੁਹਾਡੇ ਸਾਹਮਣੇ ਹੈਗਾ। ਇਸੇ ਤਰ੍ਹਾਂ ਤੁਸੀਂ ਇਹ ਚਾਰਟ ਬਣਾ ਕੇ ਮਿੱਟੀ ਦੀਆਂ ਕਿਸਮਾਂ ਦਾ ਜਿਹੜਾ ਇਹ ਚਾਰਟ ਸਮਝ ਲੈਣਾ ਹੈਗਾ। ਵੱਖ-ਵੱਖ ਤਸਵੀਰਾਂ ਦੇ ਦੁਆਰਾ ਵੀ ਅਸੀਂ ਚਾਰਟ ਦੇ ਵਿੱਚ ਜੋ ਤਸਵੀਰ ਹੈ, ਜੋ ਰੰਗ ਹੈ ਮਿੱਟੀ ਦਾ, ਉਹੀ ਚਾਰਟ ਨੂੰ ਉਹਦਾ ਅਸੀਂ ਰੂਪ ਦੇ ਸਕਦੇ ਹਾਂ। ਇਹ ਹੋ ਗਿਆ ਸਾਡਾ ਮਿੱਟੀ ਸਾਧਨ। ਅਗਲਾ ਹੈਗਾ ਭੂਮੀ ਸਾਧਨ। ਮਿੱਟੀ ਦੇ ਭੂਮੀ ਸਾਧਨ। ਭੂਮੀ ਸਾਧਨ ਦੇ ਵਿੱਚ ਕੀ ਹੈ? ਭੂਮੀ ਦਾ ਅਰਥ ਹੈ ਜ਼ਮੀਨ, ਜਿਸ ਤੇ ਮਨੁੱਖ ਆਪਣੀਆਂ ਆਰਥਿਕ ਤੇ ਹੋਰ ਗਤੀਵਿਧੀਆਂ ਕਰਦਾ ਹੈ। ਭੂਮੀ ਸਾਧਨ ਦੀ ਵਰਤੋਂ ਮਨੁੱਖ ਖੇਤੀਬਾੜੀ, ਉਦਯੋਗ, ਆਵਾਜਾਈ ਦੇ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ ਆਦਿ ਕੰਮਾਂ ਲਈ ਹੁੰਦੇ। ਯਾਨੀ ਕਿ ਭੂਮੀ ਦੀ ਅਸੀਂ ਕਿੱਥੇ ਕਿੱਥੇ ਵਰਤੋਂ ਕਰਦੇ ਹਾਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ। ਭੂਮੀ ਸਾਡੇ ਲਈ ਕਿੰਨੀ ਉਪਯੋਗੀ ਆ। ਭੂਮੀ ਦੇ ਉੱਪਰ ਸਾਡਾ ਰਹਿਣ ਬਸੇਰਾ ਹੈ, ਅਸੀਂ ਖੇਡਾਂ ਖੇਡਦੇ ਹਾਂ, ਫੈਕਟਰੀਆਂ ਲੱਗੀਆਂ ਹੋਈਆਂ, ਫਿਰ ਖੇਤੀਬਾੜੀ ਸਾਰੀ ਭੂਮੀ ਦੇ ਉੱਪਰ ਹੁੰਦੀ ਆ। ਆਵਾਜਾਈ ਦਾ ਵਿਕਸਿਤ ਹੋਣਾ, ਯਾਨੀ ਕਿ ਸੜਕਾਂ ਬਣਦੀਆਂ, ਰੇਲ ਮਾਰਗ ਬਣੇ, ਹੌਲੀ ਹੌਲੀ ਇਹ ਸਾਰਾ ਕੀ ਆ ਭੂਮੀ ਦੇ ਉੱਪਰ ਹੀ ਸੰਭਵ ਹੋ ਸਕਿਆ। ਇਹ ਸਨ ਸਾਡੇ ਮਿੱਟੀ ਅਤੇ ਭੂਮੀ ਸਾਧਨ। ਇਸ ਤੋਂ ਅੱਗੇ ਆ ਜਾਂਦਾ ਸਾਡੇ ਕੋਲ ਸਮੁੰਦਰ ਅਤੇ ਖਣਿਜ ਸਾਧਨ। ਸਮੁੰਦਰ ਪਾਣੀ ਮਨੁੱਖ ਵਾਸਤੇ ਮੁੱਢਲਾ ਅਤੇ ਬਹੁਤ ਮਹੱਤਵਪੂਰਨ ਸਾਧਨ ਹੈ। ਪਾਣੀ ਦੇ ਵੱਡੇ ਵੱਡੇ ਭੰਡਾਰਾਂ ਨੂੰ ਸਾਗਰਾਂ ਅਤੇ ਸਮੁੰਦਰਾਂ ਦਾ ਨਾਂ ਦਿੱਤਾ ਜਾਂਦਾ ਹੈ। ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਹੀਰੇ, ਜਵਾਹਰਾਤ, ਖਣਿਜ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ। ਹੁਣ ਤੁਸੀਂ ਦੇਖੋ ਬਹੁਤ ਸਾਰੇ ਲੋਕਾਂ ਦਾ ਇਹ ਧੰਦਾ, ਮੱਛੀਆਂ ਫੜ ਕੇ ਵੇਚਣਾ, ਹੀਰੇ ਮੋਤੀ ਜਵਾਹਰਾਤ, ਇਹ ਸਾਰੀਆਂ ਚੀਜ਼ਾਂ ਕਿਹੜੀਆਂ ਸਾਨੂੰ ਸਮੁੰਦਰਾਂ ਦੇ ਅਨਮੋਲ ਖਜ਼ਾਨੇ ਤੋਂ ਹੀ, ਜੋ ਸਮੁੰਦਰੀ ਸਾਧਨ ਹੈ ਉਸ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਤੁਸੀਂ ਆਪ ਸੋਚੋ ਕਿ ਸਮੁੰਦਰੀ ਜੋ ਸਾਧਨ ਹੈ ਉਸ ਦਾ ਸਾਡੇ ਜੀਵਨ ਦੇ ਵਿੱਚ ਕਿੰਨਾ ਜ਼ਿਆਦਾ ਮਹੱਤਵ ਹੈ। ਇਹ ਕੁਦਰਤ ਵੱਲੋਂ ਦਿੱਤਾ ਗਿਆ, ਸਾਨੂੰ ਕਹਿ ਲਓ ਕਿ ਇੱਕ ਅਨਮੋਲ ਖਜ਼ਾਨਾ ਹੈ। ਠੀਕ ਹੈ। ਇਹ ਸਾਰੇ ਦੀ ਵਰਤੋਂ ਅਲੱਗ-ਅਲੱਗ ਸਥਾਨਾਂ 'ਤੇ ਲੋਕ ਅਲੱਗ-ਅਲੱਗ ਮੱਛੀਆਂ, ਮੋਤੀ, ਹੀਰੇ, ਜਵਾਹਰਾਤ, ਖਣਿਜ, ਸ਼ਕਤੀ ਸਾਧਨ, ਇਹ ਸਾਰੇ ਸਾਧਨਾਂ ਦੇ ਵਿੱਚ ਜਿਹੜਾ ਸਮੁੰਦਰ ਆ ਇਹਨਾਂ ਦੀ ਅਹਿਮ ਭੂਮਿਕਾ ਹੈ, ਜੋ ਕਿ ਦੇਸ਼ ਦੀ ਉੱਨਤੀ ਦੇ ਲਈ ਔਰ ਲੋਕਾਂ ਦੇ ਮੰਨ ਲਓ ਕਹਿ ਲਓ ਬਹੁਤ ਸਾਰਾ ਸਾਡੇ ਦੇਸ਼ ਦਾ ਬਹੁਤ ਵੱਡਾ ਹਿੱਸਾ ਜਿਹੜਾ ਇਸ ਨੂੰ ਪ੍ਰਯੋਗ ਦੇ ਵਿੱਚ ਲੈ ਕੇ ਔਰ ਲੋਕ ਆ ਜਿਹੜੇ ਆਪਣਾ ਕੀ ਹੈ ਜੀਵਨ ਬਸਰ ਕਰਦੇ। ਇਹ ਸੀਗਾ ਸਮੁੰਦਰੀ ਅਤੇ ਸਮੁੰਦਰੀ ਸਾਧਨ। ਹੁਣ ਸਮੁੰਦਰ ਦੇ ਵਿੱਚ ਹੀ ਅੱਗੇ ਆ ਸਮੁੰਦਰੀ ਅਤੇ ਅੱਗੇ ਹੈ ਜੀ ਸਾਡੇ ਕੋਲੇ ਖਣਿਜ ਸਾਧਨ। ਖਣਿਜ ਸਾਧਨ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਨੂੰ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਧਿਆਨ ਰੱਖਣਾ ਸੀ, ਧਾਤੂ ਅਤੇ ਅਧਾਤੂ। ਧਾਤੂ ਖਣਿਜ ਪਦਾਰਥਾਂ ਵਿੱਚ ਲੋਹਾ, ਸੋਨਾ, ਚਾਂਦੀ, ਤਾਂਬਾ ਆਦਿ ਹਨ ਅਤੇ ਅਧਾਤੂ ਖਣਿਜ ਪਦਾਰਥਾਂ ਵਿੱਚ ਕੋਲਾ, ਪੈਟਰੋਲੀਅਮ, ਅਬਰਕ, ਮੈਗਨੀਜ਼ ਆਦਿ ਹਨ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਯਾਨੀ ਕਿ ਉਦਯੋਗਾਂ ਦਾ ਆਧਾਰ, ਯਾਨੀ ਕਿ ਵੱਡੇ ਵੱਡੇ ਕਾਰਖਾਨਿਆਂ ਦਾ ਆਧਾਰ ਕੀ ਹੈ? ਸਾਡੇ ਦੇਸ਼ ਦੇ ਵਿੱਚ ਜਿਹੜੇ ਖਣਿਜ ਮੰਨੇ ਜਾਂਦੇ। ਠੀਕ ਹੈ। ਇਹ ਧਿਆਨ ਵਿੱਚ ਰੱਖਣਾ। ਖਣਿਜ ਸਾਧਨ ਸਾਡੇ ਕੋਲੇ ਕਿੰਨੇ ਪ੍ਰਕਾਰ ਦੇ ਹਨ ਜੀ? ਦੋ ਪ੍ਰਕਾਰ ਦੇ, ਇੱਕ ਧਾਤੂ ਅਤੇ ਦੂਸਰਾ ਅਧਾਤੂ। ਧਾਤੂ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ ਖਣਿਜ ਪਦਾਰਥ? ਲੋਹਾ, ਸੋਨਾ, ਚਾਂਦੀ, ਤਾਂਬਾ ਆਦਿ ਹਨ। ਅਤੇ ਅਧਾਤੂ ਖਣਿਜ ਪਦਾਰਥਾਂ ਦੇ ਵਿੱਚ ਕੋਲਾ, ਪੈਟਰੋਲੀਅਮ, ਅਬਰਕ, ਮੈਗਨੀਜ਼ ਆਦਿ ਹਨ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਠੀਕ ਹੈ ਜੀ। ਖਣਿਜ ਜੋ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ, ਜੋ ਖਣਿਜ ਪਦਾਰਥ ਹਨ। ਇਸ ਤੋਂ ਬਾਅਦ ਆ ਜਾਂਦਾ ਜੀ ਸਾਡੇ ਕੋਲ ਮਨੁੱਖੀ ਸਾਧਨ। ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਜੀਵਾਂ ਵਿੱਚੋਂ ਮਨੁੱਖ ਨੂੰ ਸਰਵੋਤਮ ਪ੍ਰਾਣੀ ਦਾ ਖਿਤਾਬ ਮਿਲਿਆ ਹੈ। ਇਹ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਆਪਣੇ ਆਪ ਵਿੱਚ ਇੱਕ ਵੱਡਾ ਸਾਧਨ ਹੈ। ਆਪਣੀ ਬੁੱਧੀ ਤੇ ਕੰਮ ਕਰਨ ਦੀ ਸ਼ਕਤੀ ਦੇ ਨਾਲ ਇਹ ਆਪਣੇ ਆਪ ਵਿੱਚ ਹੀ ਮਨੁੱਖ ਇੱਕ ਬਹੁਤ ਵੱਡਾ ਕੁਦਰਤੀ ਸਾਧਨ ਹੈ।
ਬਾਕੀ ਸਾਰੇ ਸਾਧਨਾਂ ਦਾ ਵਿਕਾਸ ਅਧੂਰਾ ਹੀ ਰਹੇਗਾ ਜਦੋਂ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਠੀਕ ਹੈ ਜੀ। ਇਸ ਲਈ ਸੰਸਾਰ ਦੇ ਸਾਰੇ ਹੀ ਦੇਸ਼ ਆਪਣੇ ਮਨੁੱਖ ਸਾਧਨਾਂ ਦੇ ਸਹੀ ਵਿਕਾਸ ਵਿੱਚ ਜੁਟੇ ਹੋਏ ਹਨ। ਯਾਨੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਇਨਸਾਨ ਦੀ ਔਰ ਇੱਕ ਨਾਗਰਿਕ ਦੀ, ਆਪਣੇ ਦੇਸ਼ ਦੇ ਨਾਗਰਿਕ ਦੀ ਉੱਨਤੀ ਦੇ ਲਈ ਸਰਕਾਰ ਵੱਧ ਤੋਂ ਵੱਧ ਕਦਮ ਉਠਾਉਂਦੀ। ਯਾਨੀ ਕਿ ਜਦ ਮਨੁੱਖ ਕਹਿੰਦੇ ਨਾ, ਜਿਸ ਦੇਸ਼ ਦੇ ਨਾਗਰਿਕ ਸਿਹਤਮੰਦ, ਪੜ੍ਹੇ ਲਿਖੇ, ਸੂਝਵਾਨ ਹੋਣਗੇ ਉਹ ਦੇਸ਼ ਤਰੱਕੀ ਕਰੇਗਾ ਹੀ ਕਰੇਗਾ। ਇਸੇ ਲਈ ਹੀ ਜਿਹੜਾ ਮਨੁੱਖੀ ਸਾਧਨ ਹੈ ਇਸ ਦੀ ਖਾਸ ਧਿਆਨ ਰੱਖਦੀ ਹੈ ਹਰ ਇੱਕ ਸਰਕਾਰ, ਹਰ ਇੱਕ ਸਟੇਟ, ਹਰ ਇੱਕ ਕੁਝ ਚਾਹੁੰਦਾ ਕਿ ਉੱਥੋਂ ਦੇ ਜਿਹੜੇ ਨਾਗਰਿਕ ਆ ਉਹ ਵਧੀਆ ਵਿਕਸਿਤ ਹੋਣ, ਪੜ੍ਹੇ ਲਿਖੇ ਹੋਣ, ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਆਪ ਹੀ ਦੇਖ ਲਓ, ਜ਼ਿਆਦਾ ਪੜ੍ਹੇ ਲਿਖੇ ਹੋਵੋਗੇ, ਚੰਗਾ ਕੰਮ ਕਰੋਗੇ, ਵੱਡੇ ਅਹੁਦਿਆਂ 'ਤੇ ਤੁਹਾਨੂੰ ਜੋਬ ਮਿਲੇ। ਇਸ ਕਰਕੇ ਜਿਹੜਾ ਮਨੁੱਖੀ ਸਾਧਨ ਆ ਇਹ ਕੁਦਰਤ ਦੁਆਰਾ ਪੈਦਾ ਕੀਤਾ, ਸਾਰੇ ਜੀਵਨ ਵਿੱਚੋਂ ਬਹੁਤ ਉੱਤਮ ਹੈ। ਅੱਗੇ ਮਾਈਂਡ ਮੈਪ ਅਸੀਂ ਦੇ ਦੁਆਰਾ ਇਹਨਾਂ ਸਾਧਨਾਂ ਨੂੰ ਯਾਦ ਰੱਖਣ ਦਾ ਤਰੀਕਾ, ਇਸ ਤਰ੍ਹਾਂ ਅਸੀਂ ਮਾਈਂਡ ਮੈਪ ਤਿਆਰ ਕਰ ਸਕਦੇ ਹਾਂ। ਸਾਧਨ ਦੇ ਮੈਪ ਦੇ ਲਈ ਜੀਵ ਅਤੇ ਨਿਰਜੀਵ ਸਾਧਨ, ਯਾਨੀ ਕਿ ਸਾਰੇ ਸਾਧਨਾਂ ਦੀਆਂ ਕਿਸਮਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਗ੍ਰਾਫ ਤਿਆਰ ਕਰਕੇ ਯਾਦ ਕਰਨ ਦਾ, ਇਹਨੂੰ ਆਸਾਨੀ ਨਾਲ ਅਸੀਂ ਇਸ ਨੂੰ ਯਾਦ ਕਰਦੇ ਹਾਂ। ਠੀਕ ਹੈ ਜੀ, ਤਾਂ ਕਿ ਸਾਡੇ ਚੰਗੀ ਤਰ੍ਹਾਂ ਯਾਦ ਰਹਿ ਸਕਣ। ਇਹ ਮਾਈਂਡ ਮੈਪ ਜਿਹੜਾ ਅਸੀਂ ਬਣਾ ਸਕਦੇ। ਇਹ ਸਾਡੇ ਸਾਰੇ ਸਾਧਨ ਹੋ ਗਏ। ਹੁਣ ਆ ਗਏ ਜੀ ਸਾਧਨਾਂ ਦੀ ਸਾਂਭ ਸੰਭਾਲ। ਵਿਕਾਸ ਦੇ ਰਾਹ ਅਤੇ ਹੋਰ ਦੇਸ਼ਾਂ ਵਿੱਚ ਮੁਕਾਬਲੇ 'ਤੇ ਤੁਰਿਆ ਹੋਇਆ ਮਨੁੱਖ ਬਿਨਾਂ ਸੋਚ ਸਮਝ ਕੇ ਸਾਧਨਾਂ ਨੂੰ ਖਤਮ ਕਰ ਰਿਹਾ। ਸਾਧਨਾਂ ਦੀ ਸਾਂਭ ਸੰਭਾਲ ਤੋਂ ਭਾਵ ਇਹਨਾਂ ਦੀ ਪੂਰੀ ਵਰਤੋਂ ਤੋਂ ਹੈ, ਜਿਸ ਵਿੱਚ ਇਹਨਾਂ ਦਾ ਦੁਰਉਪਯੋਗ ਜਾਂ ਜ਼ਰੂਰਤ ਤੋਂ ਬਿਨਾਂ ਤਬਾਹੀ ਨਾ ਹੋਵੇ। ਬਹੁਤ ਸਾਰੇ ਸਾਧਨ ਅਜਿਹੇ ਹਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ, ਜਿਹੜੇ ਇੱਕ ਵਾਰ ਖਤਮ ਹੋਣ 'ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ। ਉਚਿਤ ਅਤੇ ਲੋੜ ਅਨੁਸਾਰ ਇਹਨਾਂ ਦੀ ਵਰਤੋਂ ਹੀ ਇਹਨਾਂ ਸਾਧਨਾਂ ਦੀ ਸਹੀ ਸਾਂਭ ਸੰਭਾਲ ਹੋਵੇਗੀ। ਇਸ ਲਈ ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦਾ ਗਿਆਨ ਦਾ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ। ਗੱਲ ਉਹੀ ਆਉਂਦੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਤੁਸੀਂ ਇਹਨਾਂ ਸਾਧਨਾਂ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਹੈ। ਠੀਕ ਹੈ ਜੀ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਇਹਨਾਂ ਸਾਧਨਾਂ ਦੀ, ਜੋ ਕੁਦਰਤ ਦੁਆਰਾ ਸਾਨੂੰ ਪ੍ਰਦਾਨ ਕੀਤੇ ਗਏ ਆ ਜਾਂ ਮਨੁੱਖ ਆਪ ਹੀ ਕ੍ਰੀਏਟ ਕਰ ਰਿਹਾ, ਸਾਨੂੰ ਉਹਨਾਂ ਦੀ ਪੂਰੀ ਸੂਝ-ਬੂਝ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੱਧ ਤੋਂ ਵੱਧ ਕਿ ਅਸੀਂ ਉਹਨਾਂ ਦੀ ਸੂਝ-ਬੂਝ ਦੇ ਨਾਲ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ। ਜੋ ਸਾਧਨ ਮੁੱਕਣ ਵਾਲੇ ਆ ਜਾਂ ਜਿਨ੍ਹਾਂ ਦੀ ਜਿਵੇਂ ਲਿਖਿਆ ਹੋਇਆ ਕਿ ਨਿਸ਼ਚਿਤ ਹੈ, ਉਹਨਾਂ ਦਾ ਤਾਂ ਹੈ ਵੀ ਉਹਨਾਂ ਨੇ ਖਤਮ ਹੋ ਹੀ ਜਾਣਾ, ਤਾਂ ਅਜਿਹੇ ਸਾਧਨਾਂ ਦੀ ਵਰਤੋਂ ਬੜੇ ਹੀ ਧਿਆਨ ਦੇ ਨਾਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਡਾ ਇਹ ਲੈਸਨ ਕੰਪਲੀਟ ਹੋ ਗਿਆ ਜੀ। ਇਸ ਦੇ ਹੁਣ ਅਭਿਆਸ ਦੇ ਪ੍ਰਸ਼ਨ ਨੇ। ਮਿੱਟੀ ਦੀ ਪਰਿਭਾਸ਼ਾ ਲਿਖੋ, ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ। ਸਾਰੇ ਦੇ ਸਾਰੇ ਪ੍ਰਸ਼ਨ ਜੋ ਤੁਸੀਂ ਦੇਖ ਰਹੇ ਹੋ, ਇਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਨੋਟ ਡਾਊਨ ਕਰਨਾ ਹੈ। ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਹੋਊਗੀ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਵਿੱਚ, ਕਿਉਂਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਔਰ ਇਹਨਾਂ ਪ੍ਰਸ਼ਨਾਂ ਦੇ ਤੁਸੀਂ ਹੱਲ ਲਿਖਣੇ ਆ। ਠੀਕ ਹੈ ਜੀ। ਔਰ ਇਸ ਵੀਡੀਓ ਨੂੰ ਤੁਸੀਂ ਬਾਰ-ਬਾਰ ਦੇਖੋਗੇ ਤਾਂ ਇਹ ਤੁਹਾਡੇ ਵੈਸੇ ਹੀ ਸਾਰੇ ਦਾ ਸਾਰਾ ਲੈਸਨ ਆ ਜਿਹੜਾ ਇਹ ਯਾਦ ਹੋ ਜਾਣਾ ਹੈਗਾ। ਸਾਨੂੰ ਬਾਰ-ਬਾਰ ਬੁੱਕ ਚੱਕ ਕੇ ਜਾਂ ਬਾਰ-ਬਾਰ ਕਾਪੀ ਚੱਕ ਕੇ ਯਾਦ ਰੱਖਣ ਦੀ ਲੋੜ ਨਹੀਂ ਪੈਣੀ। ਆਪ ਸਭ ਦਾ ਸਮੇਂ ਸ਼ੁਭ ਹੋਵੇ। ਧੰਨਵਾਦ ਜੀ।